ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਸਵਰੂਪ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀ, ਆਪਾਂ ਸਾਰੇ ਹੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਜਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰਤਾ ਹਰ ਰਸ ਭਿੰਨਾ ਕੀਰਤਨ ਸ਼੍ਰਵਣ ਕਰ ਰਹੇ ਸੀ। ਅੱਜ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰ ਰਾਏ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਤਿਨਾਂ ਦਾ ਗੁਰਤਾ ਗੱਦੀ ਦਿਵਸ ਵੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਜਿੱਥੇ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ, ਗੁਰਬਾਣੀ ਦੀ ਵਿਚਾਰ, ਉੱਥੇ ਨਾਲ ਨਾਲ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਕੁਝ ਇਤਿਹਾਸ ਆਪਾਂ ਵਾਚੀਏ, ਕਿਉਂਕਿ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਹਨ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਇਹ ਬੜੇ ਵੱਡੇ ਭਾਗ ਹੈ ਕਿ ਜਿਹੜੇ ਐਸੇ ਸਤਿਗੁਰਾਂ ਦੇ ਆਪਾਂ ਸਿੱਖ ਬਣੇ, ਉਪਾਸ਼ਕ ਬਣੇ। ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਜਿਹੜਾ ਆਪਣਾ ਨਾਮ ਦਾ ਖਜ਼ਾਨਾ ਸਾਨੂੰ ਦੇ ਕੇ ਗਰੀਬ ਨਵਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਰੱਖਿਆ ਹੈ। ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਗੁਣੀ ਗਿਆਨੀ ਜਨਾਂ ਪਾਸੋਂ ਗੁਰਬਾਣੀ ਦੀ ਵਿਚਾਰ ਬੜੇ ਹੀ ਗੋਹਜ ਢੰਗ ਦੇ ਨਾਲ ਸ਼੍ਰਵਣ ਕਰਦੇ ਹੋ। ਮੈਂ ਬੇਨਤੀ ਕਰਾਂ, ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਤਿਨਾਂ ਦਾ ਆਗਮਨ ਸ੍ਰੀ ਕੀਰਤਪੁਰ ਸਾਹਿਬ ਦੇ ਵਿਖੇ 1687 ਬਿਕਰਮੀ ਦੇ ਵਿੱਚ ਹੁੰਦਾ ਹੈ। ਆਪ ਜੀ ਕੁੱਲ ਉਮਰ 31 ਸਾਲ ਹੈ। 31 ਸਾਲ ਦੇ ਵਿੱਚ ਆਪ ਜੀ ਨੇ 23 ਸਾਲ 9 ਮਹੀਨੇ ਤੇ 18 ਦਿਨ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਬਹੁਤ ਹੀ ਸਤਿਕਾਰਯੋਗ ਮਾਤਾ ਜੀ, ਮਾਤਾ ਨਿਹਾਲ ਕੌਰ, ਪਿਤਾ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ, ਤਿਨਾਂ ਦੇ ਗ੍ਰਹਿ ਵਿਖੇ ਆਪ ਜੀ ਦਾ ਆਗਮਨ ਹੋਇਆ। ਸਤਿਗੁਰੂ ਜੀ ਨੇ ਸਾਰੀ ਮੁੱਢਲੀ ਵਿੱਦਿਆ ਆਪਣੇ ਦਾਦਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਤੋਂ ਕੀਤੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਹਰ ਵਕਤ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਰਿਹਾ ਕਰਦੇ। ਬੜਾ ਹੀ ਕੋਮਲ ਹਿਰਦਾ ਸੀ, ਭਾਉ ਭਾਵਨੀ ਵਾਲੇ ਨਿਮਰਤਾ ਦੇ ਪੁੰਜ ਸਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ।
ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸੁਪੁੱਤਰ 1638 ਈਸਵੀ ਦੇ ਵਿੱਚ ਬਾਬਾ ਗੁਰਦਿੱਤਾ ਜੀ ਸੱਚਖੰਡ ਜਾ ਵਿਰਾਜਦੇ ਹੈ। ਬਾਬਾ ਗੁਰਦਿੱਤਾ ਜੀ ਤੋਂ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਪਰ ਬਹੁਤ ਆਸਾਂ ਟਿਕੀਆਂ ਹੋਈਆਂ ਸਨ, ਪਰ ਛੇਵੇਂ ਪਾਤਸ਼ਾਹ ਮਹਾਰਾਜ ਜਾਣਦੇ ਸੀ ਕਿ ਇਹ ਹਜੇ ਗੁਰਤਾ ਗਦੀ ਇਹਨਾਂ ਨੂੰ ਹਜੇ ਨਹੀਂ ਬਖਸ਼ਣੀ, ਜਾਂ ਹਜੇ ਸਮਾਂ ਨਹੀਂ ਆਇਆ। ਆਪ ਜੀ ਬਹੁਤ ਉਪਰਾਮ ਰਹਿੰਦੇ, ਪਰਿਵਾਰ ਦੇ ਵਿੱਚ ਵੀ ਰਹਿੰਦੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਮਲ ਦੇ ਫੁੱਲ ਦੇ ਵਾਂਗ ਨਿਰਲੇਪ ਰਹਿੰਦੇ ਸਨ। ਜਿਹੜਾ ਗੁਰਮੁਖ ਬਾਣੀ ਪੜ੍ਹਦਾ ਹੈ, ਭਾਵੇਂ ਗੁਰਸਿੱਖ ਹੈ ਭਾਵੇਂ ਸੰਤ ਹੈ, ਉਹ ਹੌਲੀ ਹੌਲੀ ਚਲਦਿਆਂ ਚਲਦਿਆਂ ਆਪਣਾ ਸਾਰਾ ਜੀਵਨ ਗੁਰੂ ਦੀ ਬਾਣੀ ਦੇ ਉੱਪਰ ਢਾਲ ਲੈਂਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ ਵੀ ਆਪਣਾ ਸਾਰਾ ਜੀਵਨ ਗੁਰਬਾਣੀ ਦੇ ਵਿਸਥਾਰ ਹੀ ਢਾਲਿਆ ਹੋਇਆ ਸੀ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਪ ਜੀ ਬਾਣੀ ਪੜ੍ਹਦੇ ਹੋ, ਆਨੰਦ ਸਾਹਿਬ ਜੀ ਦੀ, ਉਸ ਦੇ ਵਿੱਚ ਪਾਵਨ ਬਚਨ ਆਉਂਦੇ ਐ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਹਮੇਸ਼ਾ ਬਾਣੀ ਦੇ ਆਧਾਰ ਤੇ ਆਪਣੇ ਮਨ ਨੂੰ ਇੰਨਾ ਡੂੰਘਾ ਲੈ ਗਏ, ਭਾਵੇਂ ਮਨ ਕੋਸ਼ਿਸ਼ ਵੀ ਕਰਦਾ ਉੱਠਣ ਦੀ, ਪਰ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਪੜ੍ਹਦਿਆਂ ਪੜ੍ਹਦਿਆਂ, ਸਤਿਗੁਰੂ ਦੀ ਸੇਵਾ ਕਰਦਿਆਂ ਸੰਕਲਪ ਤੇ ਵਿਕਲਪ ਨੂੰ ਅੰਦਰ ਹੀ ਮਾਰ ਦਿੱਤਾ, ਖਤਮ ਕਰ ਦਿੱਤਾ। ਬਾਬਾ ਗੁਰਦਿੱਤਾ ਜੀ ਦੇ ਜਾਣ ਤੋਂ ਉਪਰੰਤ ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਇਹਨਾਂ ਦੀ ਵਾਰੀ ਆਉਣੀ ਸੀ, ਜਾਂ ਆਪਾਂ ਕਹਿ ਲਈਏ ਪਰਖ ਕਰਨੀ ਸੀ, ਪਰ ਇਹ ਜ਼ਿਆਦਾਤਰ ਦੁਨਿਆਵੀ ਕੰਮਾਂ ਕਾਜਾਂ ਦੇ ਵਿੱਚ ਰੁੱਝੇ ਹੋਏ ਸਨ, ਜ਼ਿਆਦਾਤਰ ਮਾਇਆਧਾਰੀ ਬੁੱਧੀ ਸੀ। ਬਾਬਾ ਅਟਲ ਰਾਏ ਜੀ, ਇਹ ਵੀ ਬਾਬਾ ਗੁਰਦਿੱਤਾ ਜੀ ਦੇ ਗੁਰਸੰਗਤ ਜੀ ਇਰਦ ਗਿਰਦ ਹੀ ਸੱਚਖੰਡ ਜਾ ਬਿਰਾਜੇ। ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਭਾਵੇਂ ਉਮਰ ਬਹੁਤ ਛੋਟੀ ਹੈ, ਪਰ ਜਦੋਂ ਦਾਦਾ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਤੇ ਪਰਖ ਕਰਦੇ ਐ, ਤੇ ਆਪ ਜੀ ਪਰਖ ਦੇ ਵਿੱਚੋਂ ਹਮੇਸ਼ਾ ਪਾਸ ਉਤਰਦੇ ਐ। ਜਦੋਂ ਗੁਰੂ ਕਸਵੱਟੀ ਦੀ ਤਾਹ ਤੇ ਆਪਣੇ ਸਿੱਖ ਨੂੰ ਲਾਉਂਦਾ ਹੈ, ਉਹ ਕੋਈ ਵਿਰਲਾ ਹੀ ਗੁਰਮੁਖ ਹੁੰਦਾ ਜਿਹੜਾ ਆਪਣੇ ਗੁਰੂ ਦੀ ਕਸਵੱਟੀ ਤੋਂ ਪੂਰਾ ਉਤਰ ਸਕੇ। ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦਾ ਐਡਾ ਕੋਮਲ ਹਿਰਦਾ ਸੀ। ਆਪ ਜੀ ਦੇ ਬਹੁਤ ਵਾਰੀ ਇਹ ਸਾਖੀ ਪ੍ਰਚਲਿਤ ਵੀ ਹੈ, ਸ਼ਰਵਣ ਵੀ ਕੀਤੀ ਹੋਣੀ ਹੈ, ਜਿਸ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਬਾਗ ਦੇ ਵਿੱਚ ਮਹਾਰਾਜ ਫੁੱਲਾਂ ਦੀ ਸੁਗੰਧੀ ਲੈ ਰਹੇ, ਨਾਮ ਬਾਣੀ ਦੇ ਨਾਲ ਜੁੜੇ ਹੋਏ ਸਨ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਬਹੁਤ ਛੋਟੀ ਆਰਬਲਾ ਹੈ, ਉਮਰ ਹੈ, ਅਤੇ ਆਪ ਜੀ ਜਾਮਾ ਬੜਾ ਵੱਡਾ ਪਹਿਨਿਆ ਹੋਇਆ ਹੈ। ਜਿਸ ਵਕਤ ਦਾਦਾ ਗੁਰੂ ਜੀ ਨੂੰ ਦੇਖਿਆ, ਬੱਚੇ ਦੇ ਅੰਦਰ ਚਾਉ ਆਉਂਦਾ ਹੈ, ਜਿਸ ਵਕਤ ਕੋਈ ਦਾਦਾ ਆਉਂਦਾ ਜਾਂ ਪਿਤਾ ਕੋਈ ਬਾਹਰੋਂ ਆਵੇ, ਜਾਂ ਬੱਚਾ ਇੱਕੋ ਦਮ ਆਪਣੇ ਪਰਿਵਾਰ ਦੇ ਵੱਲ ਭੱਜਦਾ ਹੁੰਦਾ ਹੈ, ਇਸੇ ਤਰ੍ਹਾਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ।
ਇੱਕੋ ਦਮ ਦਾਦਾ ਗੁਰੂ ਜੀ ਦੇ ਵੱਲ ਦੌੜੇ ਹਨ ਤੇ ਜਾਮਾ ਕੋਈ ਐਸੇ ਗੁਰਸੰਗਤ ਜੀ ਫੁੱਲਾਂ ਦੇ ਵਿੱਚ ਫਸ ਗਿਆ। ਫੁੱਲਾਂ ਦੇ ਬੂਟਿਆਂ ਦੇ ਵਿੱਚ ਫਸਿਆ। ਕੁਝ ਕੁ ਫੁੱਲ ਬੂਟੇ ਦੇ ਨਾਲੋਂ ਟੁੱਟ ਕੇ ਥੱਲੇ ਡਿੱਗੇ। ਆਪ ਜੀ ਉੱਥੇ ਹੀ ਖੜ ਗਏ। ਇਤਿਹਾਸ ਦੇ ਅੰਦਰ ਗੁਰਬਿਲਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਗੁਰਸੰਗਤ ਜੀ ਸਤਵੇਂ ਪਾਤਸ਼ਾਹ ਮਹਾਰਾਜ ਤੁਰੇ ਨਹੀਂ, ਉੱਥੇ ਉਦਾਸ ਜਿਹੇ ਹੋ ਕੇ ਬੈਠੇ ਰਹੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਭੇਜ ਕੇ ਕੋਲੇ ਬੁਲਾਇਆ, ਪੁੱਛਿਆ ਕੀ ਕਾਰਨ? ਦੱਸਿਆ ਸਤਿਗੁਰੂ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ। ਮੈਂ ਆਪ ਜੀ ਦੇ ਵੱਲ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਸਾਂ। ਰਸਤੇ ਵਿੱਚ ਆਉਂਦਿਆਂ ਹੋਇਆਂ ਪਾਇਆ ਹੋਇਆ ਜਾਮਾ, ਪਾਇਆ ਹੋਇਆ ਚੋਲਾ ਫੁੱਲਾਂ ਦੇ ਨਾਲ ਅਟਕ ਕੇ ਤੇ ਫੁੱਲ ਟੁੱਟ ਕੇ ਡਿੱਗ ਪਏ। ਮਹਾਰਾਜ ਬਹੁਤ ਜ਼ਿਆਦਾ ਦੁੱਖ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਿਨਾਂ ਨੇ ਹਰਿ ਰਾਏ ਮਹਾਰਾਜ ਜੀ ਨੂੰ ਸਮਝਾਇਆ, ਸਿੱਖਿਆ ਦਿੱਤੀ ਕਿ ਜਦੋਂ ਜਾਮਾ ਪਹਿਨੀਏ ਤੇ ਜਾਮੇ ਨੂੰ ਸੰਭਾਲਣ ਵਾਲੇ ਵੀ ਬਣਾਉਣਾ ਚਾਹੀਦਾ ਹੈ। ਇਹ ਸਿੱਖਿਆ ਨੂੰ ਧਾਰਨ ਕਰਦਿਆਂ ਹੋਇਆਂ ਆਪ ਜੀ ਨੇ ਜਿੰਨਾ ਸਮਾਂ ਵੀ ਸਰੀਰ ਕਰਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਰਹੇ, ਜਦੋਂ ਵੀ ਕਿਤੇ ਜਾਣਾ ਹੁੰਦਾ ਭਾਵੇਂ ਘੋੜ ਸਵਾਰੀ ਕਰਦੇ ਸਨ ਮਹਾਰਾਜ। 2200 ਘੋੜ ਸਵਾਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਨਾਲ ਹੁੰਦੇ। ਗੁਰਸੰਗਤ ਜੀ ਜਿੱਥੇ ਵੀ ਜਾਂਦੇ ਉੱਥੇ ਹੀ ਆਪਣਾ ਜਾਮਾ ਮਹਾਰਾਜ ਸੰਭਾਲ ਕੇ ਰੱਖਿਆ ਕਰਦੇ। ਹੱਥ ਇੱਕ ਪਾਸੇ ਜਾਮੇ ਨੂੰ ਪਾਇਆ ਕਰਦੇ ਸਨ। ਐਸਾ ਕੋਮਲ ਹਿਰਦਾ ਕਿ ਇੱਕ ਫੁੱਲ ਟੁੱਟਣ ਦੇ ਨਾਲ ਸਤਿਗੁਰੂ ਜੀ ਨੂੰ ਬੜਾ ਦੁੱਖ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਆਪ ਜੀ ਜ਼ਿਆਦਾਤਰ ਗੁਰਮਤਿ ਦੀ ਸਿੱਖਿਆ ਆਏ ਹੋਏ ਗੁਰੂ ਕੇ ਸਿੱਖਾਂ ਨੂੰ ਦਿਆ ਕਰਦੇ। ਇੱਕ ਵਾਰ ਦਾ ਜ਼ਿਕਰ ਹੈ, ਜਦੋਂ ਕੀਰਤਪੁਰ ਸਾਹਿਬ ਦੇ ਵਿੱਚ ਹੀ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮਹਾਰਾਜ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਕੋਈ ਅਰਥ ਬੋਧ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਪਤਾ ਨਹੀਂ ਲੱਗਦਾ ਬਾਣੀ ਸਾਨੂੰ ਆਖ ਕੀ ਰਹੀ ਹੈ, ਕੀ ਸਮਝਾ ਰਹੀ ਹੈ। ਮੈਂ ਬੇਨਤੀ ਕਰਾਂ, ਜੇ ਅੱਜ ਕੱਲ ਦਾ ਕੋਈ ਵਿਦਵਾਨ ਹੁੰਦਾ, ਅੱਜ ਕੱਲ ਦੇ ਕਥਾਵਾਚਕ ਹੁੰਦੇ, ਉਹਨਾਂ ਨੇ ਕਹਿਣਾ ਸੀ ਬਸ ਬਾਣੀ ਪੜ੍ਹਨੀ ਛੱਡ ਦਿਓ। ਕਹਿਣਾ ਸੀ ਕਿ ਤੁਹਾਡਾ ਮਨ ਨਹੀਂ ਟਿਕਦਾ, ਜਿੰਨਾ ਸਮਾਂ ਮਨ ਨਾ ਟਿਕੇ ਤੇ ਉਹਨਾਂ ਸਮਾਂ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ। ਉਹਨਾਂ ਦੇ ਇਹ ਲਫ਼ਜ਼ ਹੋਣੇ ਸਨ। ਪਰ ਜਿਸ ਵਕਤ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਕੋਲ ਗੁਰਸੰਗਤ ਜੀ ਇਹ ਸਵਾਲ ਆਇਆ, ਸਿੱਖ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਬਾਣੀ ਪੜ੍ਹਦੇ ਹਾਂ, ਸਾਨੂੰ ਕੁਝ ਸਮਝ ਨਹੀਂ ਆਉਂਦੀ, ਸਾਨੂੰ ਗੁਰਬਾਣੀ ਆਖ ਕੀ ਰਹੀ ਹੈ, ਅਰਥਾਂ ਦਾ ਬੋਧ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਇਸ ਗੱਲ ਦਾ ਜਿਹੜਾ ਉੱਤਰ ਹੈ ਤੁਹਾਨੂੰ ਅਸੀਂ ਫਿਰ ਕਦੇ ਦਿਆਂਗੇ। ਸਮਾਂ ਲੰਘਿਆ। ਕੁਝ ਕੁ ਦਿਨਾਂ ਬਾਅਦ ਮਹਾਰਾਜ ਜੰਗਲ ਦੇ ਵਿੱਚ ਗਏ। ਇਤਿਹਾਸਕਾਰ ਲਿਖਦੇ ਆ, ਕਹਿੰਦੇ ਇੱਕ ਬਹੁਤ ਜ਼ਿਆਦੀਆਂ ਝਾੜੀਆਂ ਸਨ। ਉਹਨਾਂ ਦੇ ਵਿੱਚ ਕੱਚੇ ਘੜੇ ਦੀਆਂ ਠਿਕਰੀਆਂ ਝਾੜੀਆਂ ਦੇ ਵਿੱਚ ਟੁੱਟੀਆਂ ਹੋਈਆਂ ਡਿੱਗੀਆਂ ਪਈਆਂ। ਉਸੇ ਵਕਤ ਹੀ ਮੀਂਹ ਆਇਆ ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਮੀਂਹ ਤੋਂ ਬਾਅਦ ਜਦੋਂ ਬਾਹਰ ਗਏ, ਜੰਗਲ ਦੇ ਵਿੱਚ ਜਾ ਕੇ ਜਦੋਂ ਸਿੱਖ ਸੰਗਤਾਂ ਨੂੰ ਦੱਸਿਆ, ਪੁੱਛਿਆ ਕਿ ਭਾਈ ਆ ਕੀ ਡਿੱਗਿਆ ਹੋਇਆ ਹੈ, ਬੜੀ ਚਮਕ ਆ ਰਹੀ ਹੈ। ਸਿੱਖ ਦੇਖਣ ਦੇ ਵਾਸਤੇ ਗਏ, ਆ ਕੇ ਦੱਸਿਆ, ਸਤਿਗੁਰੂ ਜੀ ਮਹਾਰਾਜ ਇਹ ਕੱਚਾ ਘੜਾ ਹੈ, ਕੱਚੇ ਘੜੇ ਦੀਆਂ ਠਿਕਰੀਆਂ ਡਿੱਗੀਆਂ ਹੋਈਆਂ ਨੇ। ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੇ ਪੁੱਛਿਆ, ਫਿਰ ਇਹ ਚਮਕ ਕਿਉਂ ਰਹੀਆਂ ਨੇ? ਜਵਾਬ ਦੇ ਰਹੇ ਆ ਨਾਲ ਨਾਲ, ਸਤਿਗੁਰੂ ਜੀ ਸਮਝਿਓ। ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਕਹਿੰਦੇ, ਫਿਰ ਇਹ ਚਮਕ ਕਿਉਂ ਰਹੀਆਂ ਨੇ? ਸਿੱਖ ਆਖਣ ਲੱਗੇ, ਸੱਚੇ ਪਾਤਸ਼ਾਹ ਇਹ ਘੜੀ ਜਿਹੜੀ ਠਿਕਰੀਆਂ ਨੇ ਇੱਕ ਚਾਟੀ ਦੀਆਂ ਹਨ,
ਅਤੇ ਇਸ ਚਾਟੀ ਦੇ ਵਿੱਚ ਮਾਈਆਂ ਨੇ ਦੁੱਧ ਰਿੜਕਿਆ ਹੋਏਗਾ, ਜਿਸ ਕਰਕੇ ਮੱਖਣ ਨਾਲ ਹੀ ਲੱਗਿਆ ਹੋਇਆ ਹੈ ਤੇ ਮੱਖਣ ਦੀ ਜਿਹੜੀ ਚਿਕਨਾਹਟ ਹੈ ਉਹ ਹਜੇ ਤੱਕ ਗਈ ਨਹੀਂ ਇਸ ਦੇ ਵਿੱਚੋਂ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਖਣ ਲੱਗੇ, ਭਾਈ ਇੰਨਾ ਸਮਾਂ ਹੋ ਗਿਆ, ਮੱਖਣ ਦੀ ਇਸ ਦੇ ਵਿੱਚੋਂ ਚਿਕਨਾਹਟ ਗਈ ਨਹੀਂ, ਬਹੁਤ ਸਮਾਂ ਹੋ ਗਿਆ ਇਹਨੂੰ ਤਾਂ ਡਿੱਗੇ ਪਿਆ ਨੂੰ, ਮੀਂਹ ਵੀ ਪੈ ਗਿਆ। ਆਖਣ ਲੱਗੇ, ਨਹੀਂ ਮਹਾਰਾਜ, ਜਿਹੜੀ ਘਿਓ ਦੀ ਚਿਕਨਾਹਟ ਹੁੰਦੀ ਆ ਉਹ ਛੇਤੀ ਜਾਂਦੀ ਨਹੀਂ ਕੱਚੇ ਘੜੇ ਦੇ ਵਿੱਚੋਂ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਖਣ ਲੱਗੇ, ਭਾਈ ਗੁਰਮੁਖੋ, ਇਹੀ ਤੁਹਾਡੇ ਸਵਾਲ ਦਾ ਉੱਤਰ ਹੈ। ਦੇਖੋ, ਇੱਕ ਕੱਚਾ ਘੜਾ ਹੈ, ਕੱਚੇ ਘੜੇ ਦੇ ਵਿੱਚ ਮਾਈਆਂ ਨੇ ਦੁੱਧ ਰਿੜਕਿਆ, ਦਹੀਂ ਰਿੜਕੀ, ਵਾਹਿਗੁਰੂ, ਦਹੀਂ ਰਿੜਕਣ ਦੇ ਨਾਲ ਘਿਓ ਦੀ ਚਿਕਨਾਹਟ ਉਸ ਦੇ ਵਿੱਚ ਇੰਨੀ ਰਹਿ ਗਈ ਕਿ ਉਹਦੇ ਟੋਟੇ ਟੋਟੇ ਵੀ ਹੋ ਗਏ। ਟੋਟੇ ਹੋਣ ਦੇ ਬਾਵਜੂਦ ਬਾਹਰ ਵੀ ਸੁੱਟੇ ਆਂਦੇ, ਉੱਤੇ ਮੀਂਹ ਵੀ ਪੈ ਗਿਆ, ਪਰ ਫਿਰ ਵੀ ਜਿਸ ਵਕਤ ਸੂਰਜ ਦੀ ਰੋਸ਼ਨੀ ਪੈਂਦੀ ਹੈ ਤੇ ਉਸ ਟੋਟਿਆਂ ਦੇ ਵਿੱਚੋਂ ਵੀ ਚਿਕਨਾਹਟ ਅੱਜ ਵੀ ਨਜ਼ਰ ਆ ਰਹੀ ਹੈ। ਇਸ ਕਰਕੇ ਗੁਰਮੁਖੋ, ਇਹ ਬਾਣੀ ਪੜ੍ਹਨ ਦਾ ਭਾਵ ਵੀ ਇਹੋ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੈ, ਭਗਤ ਜੀ ਵੀ ਇਸ ਗੱਲ ਦਾ ਸਪਸ਼ਟੀਕਰਨ ਕਰਦੇ ਹੈ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸੈ, ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿੰਦੇ, ਭਾਈ ਇਹੋ ਹੀ ਬਾਣੀ ਪੜ੍ਹਨ ਦਾ ਭਾਵ ਹੈ ਕਿ ਬਾਣੀ ਪੜ੍ਹਨ ਦੇ ਨਾਲ ਤੁਹਾਡੇ ਮਨ ਦੇ ਅੰਦਰਲਾ ਜਿਹੜੀ ਆਤਮਾ ਹੈ ਉਹ ਭਾਵੇਂ ਉਸ ਦੇ ਟੋਟੇ ਟੋਟੇ ਵੀ ਹੋ ਜਾਣ, ਭਾਵੇਂ ਸੰਸਾਰ ਦੇ ਵਿੱਚ ਉਹ ਚਲੀ ਵੀ ਜਾਵੇ, ਸਰੀਰ ਦੇ ਟੋਟੇ ਟੋਟੇ ਹੋ ਜਾਣ, ਪਰ ਅੰਦਰ ਜੋ ਨਾਮ ਵਸ ਗਿਆ, ਨਾਮ ਦੀ ਚਿਕਨਾਹਟ ਵਸ ਗਈ, ਭਾਵੇਂ ਨਾਮ ਸੁਣਿਆ, ਬਾਣੀ ਪੜ੍ਹੀ, ਭਾਵੇਂ ਸੁਣੀ, ਆਪ ਆਪਣੀ ਰਸਨਾ ਤੋਂ ਪੜ੍ਹਦੇ ਰਹੇ। ਕਈ ਐਸੇ ਗੁਰਮੁਖ ਹੁੰਦੇ ਐ ਜਿਹੜੇ ਸਕੂਲ ਦੇ ਵਿੱਚ ਵੀ ਕਦੇ ਨਹੀਂ ਗਏ, ਪਰ ਉਹਨਾਂ ਨੂੰ ਫਿਰ ਵੀ ਇੰਨੀ ਗੁਰਬਾਣੀ ਕੰਠ ਹੁੰਦੀ ਹੈ। ਭਾਵ ਕਿ ਇੰਨਾ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਆ, ਪੜ੍ਹਦਿਆਂ ਬਾਣੀ ਕੰਠ ਹੋ ਜਾਂਦੀ ਹੈ, ਉਹਨਾਂ ਦੀ ਰਸਨਾ ਤੇ ਵਸ ਜਾਂਦੀ ਹੈ। ਸਮਾਂ ਲੰਘਦਾ ਹੈ ਗੁਰਸੰਗਤ ਜੀ, ਜਿਉਂ-ਜਿਉਂ ਗੁਰਮੁਖ ਬਾਣੀ ਪੜ੍ਹਦਾ ਰਹਿੰਦਾ, ਅੰਦਰ ਪਵਿੱਤਰ ਹੋ ਜਾਂਦਾ ਹੈ। ਭਾਵੇਂ ਅਰਥ ਬੋਧ ਉਹਨਾਂ ਗੁਰਮੁਖਾਂ ਨੂੰ ਨਹੀਂ ਹੁੰਦਾ, ਪਰ ਬਾਣੀ ਦੇ ਵਿੱਚੋਂ ਹੀ ਉਹ ਇੰਨਾ ਰਸ ਪ੍ਰਾਪਤ ਕਰ ਲੈਂਦੇ ਆ, ਅਨ ਰਸ ਵਿਸਰੇ, ਉਹਨਾਂ ਨੂੰ ਹੋਰ ਰਸ ਹੀ ਵਿਸਰ ਜਾਂਦੇ ਆ, ਹੋਰ ਰਸ ਹੀ ਉਹਨਾਂ ਨੂੰ ਕੋਈ ਨਹੀਂ ਆਉਂਦਾ। ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਐਸੇ ਦਿਆਲੂ ਕਿਰਪਾਲੂ ਸਨ, ਐਸੀਆਂ ਉਦਾਹਰਨਾਂ ਦੇ ਕੇ ਮਹਾਰਾਜ ਸਿੱਖਾਂ ਨੂੰ ਸਮਝਾਇਆ ਕਰਦੇ ਕਿ ਨਹੀਂ ਭਾਈ, ਬਾਣੀ ਪੜ੍ਹਨੀ ਛੱਡਣੀ ਨਹੀਂ, ਬਾਣੀ ਦਾ ਸੰਗ ਨਹੀਂ ਤਿਆਗਣਾ, ਭਾਵੇਂ ਅਰਥ ਬੋਧ ਹਜੇ ਨਹੀਂ, ਪਰ ਫਿਰ ਵੀ ਸਮਾਂ ਪਾ ਕੇ ਸਭ ਕੁਝ ਆ ਜਾਂਦਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠਣ ਦਾ ਕਾਰਨ ਹੀ ਗੁਰਸੰਗਤ ਜੀ ਇਹ ਬਣਿਆ ਕਿ ਸਤਿਗੁਰੂ ਜੀ ਦੀ ਆਗਿਆ ਦੇ ਵਿੱਚ ਰਹਿੰਦੇ ਸਨ। ਪਾਵਨ ਬਚਨ ਆਉਂਦੇ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹਿ। ਗੁਰੂ ਦੀ ਆਗਿਆ ਦੇ ਵਿੱਚ ਰਹਿਣਾ ਇਹੋ ਹੀ ਭਾਈ ਸੇਵਕ ਦਾ ਕਰਮ ਹੁੰਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਵੀ ਭਾਈ ਲਹਿਣਾ ਜੀ ਸੇਵਾ ਕਰਦੇ ਰਹੇ। ਦੋ ਸੁਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਭਾਵੇਂ ਪਦਵੀਆਂ ਤਾਂ ਬਹੁਤ ਵੱਡੀਆਂ ਪ੍ਰਾਪਤ ਕਰ ਲਈਆਂ, ਰਿੱਧੀਆਂ ਸਿੱਧੀਆਂ ਬਹੁਤ ਪ੍ਰਾਪਤ ਕਰ ਲਈਆਂ, ਗੁਰੂ ਸੁਪੁੱਤਰ ਸਨ, ਸਤਿਕਾਰਯੋਗ ਹੈ, ਪਰ ਗੁਰਤਾ ਗੱਦੀ ਦੇ ਲਾਇਕ ਨਹੀਂ ਸਨ ਹੋ ਸਕੇ। ਜਿਸ ਕਰਕੇ ਭਾਈ ਲਹਿਣਾ ਜੀ ਨੇ ਇੰਨੀ ਸੇਵਾ ਕੀਤੀ, ਗੁਰੂ ਦੇ ਆਗਿਆ ਦੇ ਵਿੱਚ ਰਹਿੰਦੇ ਰਹੇ, ਹੁਕਮ ਦੇ ਵਿੱਚ ਰਹਿੰਦੇ ਰਹੇ। ਇਹ ਜਾਣ ਲਿਆ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਕਿ ਜੇ ਸਾਰੀ ਸ੍ਰਿਸ਼ਟੀ ਉਸ ਗੁਰੂ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਮੈਂ ਉਸ ਦੇ ਹੁਕਮ ਦੇ ਵਿੱਚ ਕਿਉਂ ਨਾ ਚੱਲਾਂ।
ਗੁਰੂ ਅੰਗਦ ਦੇ ਮਹਾਰਾਜ ਜੀ ਨੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਤਾ ਗੱਦੀ ਦੀ ਪਦਵੀ ਪ੍ਰਾਪਤ ਕਰ ਲਈ। ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਇੱਕ ਕਸਵੱਟੀ ਨਹੀਂ, ਇੱਕ ਨਹੀਂ, ਪਤਾ ਨਹੀਂ ਕਿੰਨੀਆਂ ਕੁ ਕਸਵੱਟੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਈਆਂ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕੋਮਲ ਹਿਰਦੇ ਵਾਲੇ ਸਨ, ਨਿਮਰਤਾ ਵਾਲੇ ਸਨ। ਗੁਰਸੰਗਤ ਜੀ 38 ਦੇ ਵਿੱਚ ਹੀ 1638 ਈਸਵੀ ਦੇ ਵਿੱਚ ਆਪ ਜੀ ਗੁਰਤਾ ਗੱਦੀ ਤੇ ਵਿਰਾਜਦੇ ਹੈ। ਗੁਰਤਾ ਗੱਦੀ ਦੇ ਵਿਰਾਜਣ ਤੋਂ ਬਾਅਦ ਮਹਾਰਾਜ ਨੇ ਕੋਈ ਜੰਗ ਨਹੀਂ ਲੜੀ, ਸ਼ਸਤਰਧਾਰੀ ਸਨ। ਇਹ ਖਾਲਸਾ ਪੰਥ ਨੂੰ ਦੱਸ ਦਿੱਤਾ, ਸਿੱਖ ਸੰਗਤ ਨੂੰ ਦੱਸ ਦਿੱਤਾ ਕਿ ਜ਼ਰੂਰੀ ਨਹੀਂ ਕਿ ਆਪਾਂ ਜੰਗਾਂ ਲੜ ਕੇ ਹੀ ਸਭ ਕੁਝ ਪ੍ਰਾਪਤ ਕਰਨਾ ਹੈ, ਜਾਂ ਜਦੋਂ ਜੰਗਾਂ ਹੋਣ ਉਦੋਂ ਹੀ ਆਪਾਂ ਸ਼ਸਤਰਧਾਰੀ ਹੋਣਾ ਨਹੀਂ। ਸਾਨੂੰ ਇਹ ਦੱਸ ਦਿੱਤਾ ਕਿ ਭਾਵੇਂ ਮੈਦਾਨੇ ਜੰਗ ਦੇ ਅੰਦਰ ਜੰਗ ਯੁੱਧ ਲੜਨਾ ਜਾਂ ਨਹੀਂ ਲੜਨਾ, ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਰੋਕਿਆ ਸੀ। ਮਹਾਰਾਜ ਜੀ ਦੇ ਉੱਪਰ ਅਟੈਕ ਬੜੇ ਹੁੰਦੇ ਐ, ਬਹੁਤ ਜ਼ਿਆਦੇ। ਜਿਵੇਂ ਗੁਰਸੰਗਤ ਜੀ ਕਈ ਵਾਰੀ ਸਮਾਂ ਆਉਂਦਾ ਰਿਹਾ, ਦੁਸ਼ਟਾਂ ਨੇ ਘੇਰਿਆ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਪਰ ਫਿਰ ਵੀ ਕੋਈ ਵਾਲ ਵਿੰਗਾ ਨਹੀਂ ਸੀ ਕਰ ਸਕੇ। ਮਹਾਰਾਜ ਦੇ ਨਾਲ 2200 ਘੋੜ ਸਵਾਰ ਹਰ ਰੋਜ਼ ਹੋਇਆ ਕਰਦਾ ਸੀ। ਜੰਗ ਯੁੱਧ ਕੋਈ ਮਹਾਰਾਜ ਜੀ ਨੇ ਨਹੀਂ ਲੜੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਸ਼ਸਤਰ ਵਿਦਿਆ ਸਿੱਖੀ, ਗੁਰਮਤਿ ਦੇ ਧਾਰਨੀ ਹੋਏ ਅਤੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਅੱਜ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ। ਆਪ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਜਿੱਥੇ ਆਪ ਜੀ ਗੁਰਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰਦੁਆਰੇ ਆਉਣੇ ਹੋ, ਪਾਵਨ ਸਥਾਨਾਂ ਤੇ ਆਉਣੇ ਹੋ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਉੱਥੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਏ, ਕਿਉਂਕਿ ਕਈ ਜਗ੍ਹਾ ਤੇ ਦਾਸ ਗਿਆ 10-10 15 ਸਾਲ ਦੇ ਬੱਚਿਆਂ ਨੂੰ ਕਈ ਵਾਰੀ ਪੁੱਛ ਲਈਦਾ 7ਵੇਂ ਪਾਤਸ਼ਾਹ ਮਹਾਰਾਜ ਦਾ ਨਾਮ ਕੀ ਹੈ ਜਾਂ 8ਵੇਂ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਕੀ ਹੈ। ਜ਼ਿਆਦਾਤਰ ਗੁਰਸੰਗਤ ਜੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਸਾਡੀ ਆਦਤ ਮਾੜੀ ਬਣ ਚੁੱਕੀ ਹੈ। ਮੈਂ ਬੇਨਤੀ ਕਰਾਂ, ਮਾਤਾਵਾਂ ਭੈਣਾਂ ਜਿਸ ਵਕਤ ਲੰਗਰ ਤਿਆਰ ਕਰਦੀਆਂ ਨੇ, ਉਸ ਵਕਤ ਬੱਚੇ ਨੂੰ ਅੱਗੇ ਮੋਬਾਈਲ ਲਾ ਕੇ ਦਿੱਤਾ ਜਾਂਦਾ ਜਾਂ ਆਪ ਅੱਗੇ ਮੋਬਾਈਲ ਰੱਖ ਕੇ ਲੰਗਰ ਤਿਆਰ ਕੀਤਾ ਜਾਂਦਾ ਹੈ। ਜਿੱਥੇ ਸਾਡੀ ਮਤ ਉਸ ਤਰ੍ਹਾਂ ਦੀ ਹੋ ਰਹੀ ਹੈ, ਵਿਕਾਰਾਂ ਵਾਲੀ ਹੋ ਰਹੀ ਹੈ, ਉੱਥੇ ਸਾਡੇ ਬੱਚਿਆਂ ਦੀ ਵੀ ਮਤ ਵਿਕਾਰਾਂ ਵਾਲੀ ਹੋਈ ਜਾਂਦੀ ਹੈ। ਜਾਂ ਗੇਮਾਂ ਲਾ ਕੇ ਦੇ ਦਿੰਦੇ ਆ, ਜਾਂ ਕੋਈ ਮਾੜੀਆਂ ਫਿਲਮਾਂ ਲਾ ਕੇ ਦੇ ਦਿੰਦੇ ਆ। ਇਸ ਤਰ੍ਹਾਂ ਕਰਨ ਦੇ ਨਾਲ ਗੁਰਸੰਗਤ ਜੀ ਗੁਰੂ ਕੇ ਸਿੱਖਾਂ ਦੇ ਜਿਹੜੇ ਲਾਲ ਨੇ, ਗੁਰੂ ਕੇ ਸਿੱਖਾਂ ਦੇ ਬੱਚੇ ਆ, ਗੁਰਮਤਿ ਤੋਂ ਕੋਹਾਂ ਦੂਰ ਹੋ ਜਾਣਗੇ। ਉਹਨਾਂ ਨੂੰ ਦੱਸਿਆ ਜਾਵੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕੌਣ ਸਨ, ਦੱਸਿਆ ਜਾਵੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਕਿੱਡੀ ਨਿਮਰਤਾ ਦੇ ਨਾਲ ਮਹਾਰਾਜ ਰਹਿੰਦੇ, ਕਿੱਡੀ ਭਾਵਨਾ ਦੇ ਨਾਲ ਰਹਿੰਦੇ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਸੰਗਤ ਜੀ ਦੱਸਿਆ ਜਾਵੇ ਉਹਨਾਂ ਦੇ ਬਾਰੇ ਨਹੀਂ ਪਤਾ ਕਿਸੇ ਨੂੰ। ਇਹ ਸਾਡੀ ਘਾਟ ਕਹਿ ਲਈਏ ਜਾਂ ਸਾਡੇ ਵਿਦਵਾਨਾਂ ਦੀ ਘਾਟ ਕਹਿ ਲਈਏ। ਕਈ ਵਾਰੀ ਕਥਾ ਕਰਦੇ ਆ, ਕਥਾ ਦੇ ਵਿੱਚ ਸਭ ਤੋਂ ਜ਼ਿਆਦਾ ਨਿੰਦਿਆ ਤਾਂ ਸੁਣਾ ਜਾਣਗੇ, ਪਰ ਗੁਰਮਤਿ ਦੇ ਬਾਰੇ ਕੁਝ ਨਹੀਂ ਦੱਸਿਆ ਜਾਂਦਾ, ਗੁਰੂਆਂ ਦੇ ਬਾਰੇ ਕੁਝ ਨਹੀਂ ਦੱਸਿਆ ਜਾਂਦਾ। ਆ ਥੋੜਾ ਜਿਹਾ ਸਮਾਂ ਹੀ ਹੋਇਆ ਮੈਨੂੰ ਤਾਂ ਵਿਚਾਰ ਕਰਦਿਆਂ ਨੂੰ, 4-5 ਸਾਲ ਹੋਏ ਆ, 3 ਸਾਲ ਮਹਾਂਪੁਰਖਾਂ ਦੇ ਕੋਲੋਂ ਰਹਿ ਕੇ ਵਿਚਾਰ ਕਰਨ ਲੱਗੇ ਸਾਂ। ਪਹਿਲਾਂ ਤਾਂ ਮਹਾਂਪੁਰਖਾਂ ਦੀਆਂ ਜਿਵੇਂ ਕੈਸਟਾਂ ਹੁੰਦੀਆਂ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਾਂ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ ਆ ਮਹਾਂਪੁਰਖ, ਬੜੇ ਵਿਦਵਾਨ ਹੈ। ਗਿਆਨੀ ਮੋਹਨ ਸਿੰਘ ਜੀ ਬੜੀ ਗੁਰਮਤਿ ਦੀ ਉਹ ਵਿਚਾਰ ਕਿਆ ਕਰਦੇ। ਆ ਜਦੋਂ ਥੋੜਾ ਜਿਹਾ ਐਸਾ ਸਮਾਂ ਆ ਗਿਆ, ਹੁਣ ਤਾਂ ਪਤਾ ਨਹੀਂ ਕਿੰਨਾ ਕੁ ਸਮਾਂ ਹੋਇਆ, ਕੋਈ ਗੁਰਮੁਖ ਹੁੰਦਾ ਜਿਹੜਾ ਗੁਰਬਾਣੀ ਦੀ ਨਾਲ ਨਾਲ ਵਿਚਾਰ ਕਰਦਾ ਹੈ, ਗੁਰੂ ਕੇ ਇਤਿਹਾਸ ਦੀ ਵਿਚਾਰ ਕਰਦਾ ਹੈ, ਗੁਰੂਆਂ ਦੀ ਵਿਚਾਰ ਕਰਦਾ। ਨਹੀਂ ਤਾਂ ਜ਼ਿਆਦਾਤਰ ਕਦੇ ਕਿਸੇ ਦੀ ਟੰਗ ਫੜ ਲਈ, ਕਦੇ ਕਿਸੇ ਦੀ ਬਾਂਹ ਫੜ ਲਈ। ਇਸ ਤੋਂ ਕੋਹਾਂ ਦੂਰ ਰਹੀਏ ਭਾਈ। ਮਹਾਰਾਜ ਨੇ ਸਾਨੂੰ ਕਿਹਾ ਸਾਕਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ। ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ।
ਜਿੱਥੇ ਆਪਾਂ ਗੁਰਤਾ ਗੱਦੀ ਦਿਵਸ ਅੰਮ੍ਰਿਤ ਵੇਲੇ ਤੋਂ ਰਾਗੀ ਸਿੰਘ ਬਾਣੀ ਪੜ੍ਹਦੇ ਐ, ਗਾਉਂਦੇ ਐ, ਉਥੇ ਆਪ ਜੀ ਪ੍ਰੇਮ ਦੇ ਨਾਲ ਸ਼ਰਵਣ ਕਰਦੇ ਹੋ। ਅੰਦਰ ਵੀ ਵਸਾ ਲਈਏ ਤੇ ਗੁਰਸੰਗਤ ਜੀ ਗਾਵਿਆ ਸੁਣਿਆ ਤਿਨਕਾ ਥਾਏ ਪਾਵੈ, ਜਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਦੇ ਬਚਨਾਂ ਨੂੰ ਵੀ ਮੰਨ ਲਈਏ, ਗੁਰੂ ਦੀ ਦਿੱਤੀ ਸਿੱਖਿਆ ਨੂੰ ਵੀ ਮੰਨ ਲਈਏ।